ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਜਰੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਵਿੱਚ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਸ੍ਰੀ ਰਾਗ ਅੰਦਰ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 25 ਉੱਤੇ ਅੰਕਿਤ ਹੈ। ਇਸ ਪਾਵਨ ਪਿੱਤਰ ਸ਼ਬਦ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਦੇ ਸਿਰਲੇਖ ਹੇਠ ਇਸ ਪਾਵਨ ਪਿੱਤਰ ਸ਼ਬਦ ਵਿੱਚ ਫਰਮਾਨ ਕਰਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਸਤਿਗੁਰੂ ਜੀ ਆਪਣੀ ਪਾਵਨ ਪਿੱਤਰ ਬਾਣੀ ਵਿੱਚ ਫਰਮਾਨ ਕਰਦੇ ਹਨ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਰਹਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਰਹੇ ਹਨ ਕਿ ਪ੍ਰਭੂ ਆਪ ਬਹੁਤ ਵੱਡੇ ਦਰਿਆਓ ਹੋ, ਬਹੁਤ ਵੱਡੇ ਸਮੁੰਦਰ ਹੋ। ਜਿਸ ਤਰ੍ਹਾਂ ਕੋਈ ਸਮੁੰਦਰ ਦੀ ਸਤ੍ਹਾ ਤੱਕ ਨਹੀਂ ਪਹੁੰਚ ਸਕਦਾ, ਜਿਵੇਂ ਸਮੁੰਦਰ ਦਾ ਉਰਲਾ ਪਾਸਾ ਪਰਲਾ ਪਾਸਾ ਨਜ਼ਰ ਨਹੀਂ ਆਉਂਦਾ, ਇਸ ਤਰ੍ਹਾਂ ਅਕਾਲ ਪੁਰਖ ਵੀ ਇੱਕ ਬਹੁਤ ਵੱਡਾ ਦਰਿਆਓ ਜਾਂ ਬਹੁਤ ਵੱਡਾ ਸਮੁੰਦਰ ਹੈ। ਜਿਸ ਤਰ੍ਹਾਂ ਮਛਲੀ ਕਿਸੇ ਦਰਿਆ ਵਿੱਚ ਰਹਿੰਦੀ ਹੈ ਜਾਂ ਸਮੁੰਦਰ ਵਿੱਚ ਰਹਿੰਦੀ ਹੈ, ਪਰ ਮਛਲੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਇਸ ਤਰ੍ਹਾਂ ਅਸੀਂ ਵੀ ਸੰਸਾਰੀ ਜੀਵ ਇੱਕ ਬਹੁਤ ਵੱਡੇ ਸਮੁੰਦਰ ਰੂਪੀ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦੇ। ਇਸ ਕਰਕੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਰਹਾ। ਦਾਨਾ ਕਹਿੰਦੇ ਬਹੁਤ ਸਿਆਣਾ, ਬੀਨਾ ਕਹਿੰਦੇ ਹਨ ਜੋ ਦੂਜਿਆਂ ਦੇ ਦਿਲਾਂ ਦੀ ਜਾਣਨ ਵਾਲਾ। ਇਸ ਕਰਕੇ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਤੇ ਅਰਦਾਸ। ਜੋ ਬਿਨਾਂ ਬੋਲਣ ਤੋਂ ਹੀ ਦੂਜਿਆਂ ਦੀ ਅੰਦਰ ਵੇਦਨਾ ਨੂੰ ਜਾਣਨ ਵਾਲਾ, ਅੰਦਰ ਦੀ ਪੀੜਾ ਨੂੰ ਸਮਝਣ ਵਾਲਾ, ਸਾਰਿਆਂ ਦੇ ਅੰਦਰ ਵੇਦਨਾ ਨੂੰ ਜਾਣਨ ਵਾਲੇ ਪ੍ਰਭੂ ਨੂੰ ਬੀਨਾ ਕਿਹਾ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਕਿ ਉਹ ਅਕਾਲ ਪੁਰਖ ਬਹੁਤ ਵੱਡਾ ਦਰਿਆ, ਬਹੁਤ ਵੱਡਾ ਸਮੁੰਦਰ ਹੈ, ਬਹੁਤ ਹੀ ਸਿਆਣਾ ਹੈ ਤੇ ਬਿਨਾਂ ਬੋਲਣ ਤੋਂ ਹੀ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਅਸੀਂ ਨਿਮਾਣੇ ਜੀਵ ਇੱਕ ਮੱਛੀ ਦੀ ਨਿਆਈ ਹਾਂ। ਜਿਸ ਤਰ੍ਹਾਂ ਇੱਕ ਮਛਲੀ ਪਾਣੀ ਦੀ ਸਤ੍ਹਾ ਤੱਕ ਨਹੀਂ ਪਹੁੰਚ ਸਕਦੀ, ਇਸੇ ਤਰ੍ਹਾਂ ਅਸੀਂ ਵੀ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦੇ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਰਹਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਬੇਨਤੀ ਕਰਦੇ ਹਨ ਕਿ ਪ੍ਰਭੂ ਆਪ ਉਹ ਬਹੁਤ ਵੱਡੇ ਦਰਿਆ ਹੋ, ਬਹੁਤ ਵੱਡੇ ਸਮੁੰਦਰ ਹੋ ਪ੍ਰਭੂ, ਬਹੁਤ ਹੀ ਸਿਆਣੇ ਤੇ ਬਿਨਾਂ ਬੋਲਣ ਤੋਂ ਹੀ ਸਾਰੇ ਜੀਵਾਂ ਦੀ ਅੰਦਰ ਵੇਦਨਾ ਨੂੰ ਜਾਣਨ ਵਾਲੇ ਹੋ। ਅਸੀਂ ਨਿਮਾਣੇ ਜੀਵ ਇੱਕ ਮਛਲੀ ਦੀ ਤਰ੍ਹਾਂ ਹਾਂ। ਜਿਵੇਂ ਇੱਕ ਮਛਲੀ ਪਾਣੀ ਦੀ ਸਤ੍ਹਾ ਤੱਕ ਨਹੀਂ ਪਹੁੰਚ ਸਕਦੀ, ਕਿਸੇ ਦਰਿਆ ਦਾ ਜਾਂ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਪ੍ਰਭੂ ਆਪ ਬੇਅੰਤ ਹੋ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਇਹ ਬਹੁਤ ਹੀ ਉੱਚੇ ਪ੍ਰਭੂ, ਆਪ ਦਾ ਕੋਈ ਅੰਤ ਨਹੀਂ ਪਾ ਸਕਦਾ, ਆਪ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਜਿਸ ਤਰ੍ਹਾਂ ਇੱਕ ਮਛਲੀ ਕਿਸੇ ਦਰਿਆ ਦਾ, ਕਿਸੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਇਸੇ ਤਰ੍ਹਾਂ ਅਸੀਂ ਵੀ ਨਿਮਾਣੇ ਜੀਵ ਉਸ ਮਛਲੀ ਦੀ ਤਰ੍ਹਾਂ ਪ੍ਰਭੂ
ਬੇਅੰਤ ਪ੍ਰਭੂ ਦਾ ਅੰਤ ਨਹੀਂ ਪਾ ਸਕਦੇ। ਜੈ ਜੈ ਦੇਖਾਂ ਤੈਂ ਤੇ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਸ ਤਰ੍ਹਾਂ ਪਾਣੀ ਵਿੱਚ ਮਛਲੀ ਰਹਿੰਦੀ ਹੈ ਤੇ ਪਾਣੀ, ਮਛਲੀ ਦਾ ਪਾਣੀ ਹੀ ਜੀਵਨ ਆਧਾਰ ਹੈ। ਪਾਣੀ ਤੋਂ ਬਗੈਰ ਮਛਲੀ ਫੁੱਟ ਕੇ ਮਰ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ। ਉਸ ਅਕਾਲ ਪੁਰਖ ਤੋਂ ਦੂਰ ਰਹਿ ਕੇ ਮਛਲੀ ਦੀ ਤਰ੍ਹਾਂ ਫੁੱਟ ਕੇ ਮਰ ਜਾਣ ਵਾਲੀਆਂ ਹਾਂ। ਗੁਰੂ ਸਾਹਿਬ ਜੀ ਕਹਿੰਦੇ ਹਨ, ਜੈ ਜੈ ਦੇਖਾਂ ਤੈਂ ਤੇ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾ। ਕਿ ਪ੍ਰਭੂ, ਜਿੱਥੇ ਮੈਂ ਦੇਖਦੀ ਹਾਂ ਆਪ ਹੀ ਸਰਵਵਿਆਪੀ ਹੋਏ, ਸਮਾਏ ਹੋਏ ਦਿਸ ਰਹੇ ਹੋ। ਜੈ ਜੈ ਦੇਖਾਂ ਤੈਂ ਤੇ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾ। ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਾਹਰ ਆ ਕੇ ਫੁੱਟ ਕੇ ਮਰ ਜਾਂਦੀ ਹੈ, ਇਸ ਤਰ੍ਹਾਂ ਅਸੀਂ ਆਪ ਦੇ ਚਰਨਾਂ ਤੋਂ ਵਿਛੜ ਕੇ ਸੰਸਾਰੀ ਜੀਵ ਆਪ ਤੋਂ ਦੂਰ ਰਹਿ ਕੇ ਇੱਕ ਮਛਲੀ ਤਰ੍ਹਾਂ ਫੁੱਟ ਕੇ ਮਰ ਜਾਣ ਵਾਲੇ ਹਾਂ। ਨਾ ਜਾਣਾ ਮੇਓ ਨਾ ਜਾਣਾ ਜਾਲੀ। ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਹਨ, ਪ੍ਰਭੂ, ਜਿਸ ਤਰ੍ਹਾਂ ਕਿਸੇ ਦਰਿਆ ਦੇ ਵਿੱਚ ਜਿਹੜਾ ਮਲਾਹ ਹੈ, ਬੇੜੀ ਚਲਾਉਣ ਵਾਲਾ, ਤੇ ਪਾਣੀ ਵਿੱਚ ਰਹਿੰਦੀ ਮਛਲੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਬੇੜੇ ਦੇ ਵਿੱਚ ਮਲਾਹ ਹੈ ਉਹਦੇ ਹੱਥ ਵਿੱਚ ਜਾਲ ਫੜਿਆ ਹੋਇਆ ਹੈ। ਉਸਨੇ ਪਤਾ ਨਹੀਂ ਕਦੋਂ ਜਾਲ ਸੁੱਟ ਦੇਣਾ ਹੈ ਤੇ ਕਿਸ ਮਛਲੀ ਨੇ ਉਸ ਦੇ ਜਾਲ ਵਿੱਚ ਫਸ ਜਾਣਾ ਹੈ। ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ, ਨਾ ਜਾਣਾ ਮੇਓ ਨਾ ਜਾਣਾ ਜਾਲੀ। ਪ੍ਰਭੂ, ਪਾਣੀ ਵਿੱਚ ਰਹਿੰਦੀ ਜੀਵ ਇਸਤਰੀ ਮਛਲੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇੜੀ ਦੇ ਵਿੱਚ ਖੜਾ ਮਲਾਹ, ਜਿਹਦੇ ਹੱਥ ਵਿੱਚ ਮੌਤ ਦਾ ਜਾਲ ਹੈ, ਉਸਨੇ ਕਦੋਂ ਜਾਲ ਕਿਸ ਮਛਲੀ 'ਤੇ ਸੁੱਟ ਦੇਣਾ ਹੈ ਤੇ ਉਹ ਮਛਲੀ ਉਸ ਦੇ ਜਾਲ ਵਿੱਚ ਆ ਕੇ ਮੌਤ ਦੇ ਵਸ, ਮੌਤ ਦੇ ਘਾਟ ਉਤਾਰੀ ਜਾਣੀ ਹੈ। ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਪ੍ਰਭੂ, ਜਿਸ ਤਰ੍ਹਾਂ ਮਛਲੀ ਪਾਣੀ ਵਿੱਚ ਰਹਿੰਦੀ ਹੋਈ ਬਾਹਰ ਬੇੜੇ ਵਿੱਚ ਖੜੇ ਮਲਾਹ ਨੂੰ ਨਹੀਂ ਜਾਣਦੀ ਕਿ ਉਹਦੇ ਹੱਥ ਵਿੱਚ ਮੌਤ ਰੂਪੀ ਜਾਲ ਹੈ, ਉਸਨੇ ਕਿਸ ਮਛਲੀ ਉੱਤੇ ਸੁੱਟ ਦੇਣਾ ਹੈ ਤੇ ਉਸ ਮਛਲੀ ਨੇ ਮੌਤ ਦੇ ਘਾਟ ਉਤਾਰ ਦੇਣਾ ਹੈ। ਜਾਂ ਦੁੱਖ ਲਾਗੇ ਦਾ ਤੁਝੇ ਸਮਾਲੀ। ਪਰ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਹਨ, ਕੋਈ ਮਛਲੀ ਜਾਲ ਵਿੱਚ ਫਸ ਜਾਂਦੀ ਹੈ, ਜਦੋਂ ਉਸ ਨੂੰ ਆਪਣੀ ਮੌਤ ਯਾਦ ਆਉਂਦੀ ਹੈ ਤੇ ਪ੍ਰਭੂ ਉਦੋਂ ਆਪ ਜੀ ਤੋਂ ਵਿਛੜ ਕੇ, ਪਾਣੀ ਤੋਂ ਵਿਛੜ ਕੇ ਮੱਛੀ ਜਿਹੜੀ ਹੈ ਆਪਣੇ ਮਾਲਕ ਸੁਆਮੀ ਪ੍ਰਭੂ ਨੂੰ ਹੀ ਯਾਦ ਕਰਦੀ ਹੈ। ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ। ਇਹ ਪ੍ਰਭੂ, ਮਛਲੀ ਦੀ ਤਰ੍ਹਾਂ ਅਸੀਂ ਜੀਵ ਇਸਤਰੀਆਂ, ਜਦੋਂ ਸਾਨੂੰ ਕੋਈ ਸਰੀਰਕ ਤਾਂ ਮਾਨਸ ਦੁੱਖ ਲੱਗਦਾ ਹੈ, ਉਦੋਂ ਹੀ ਆਪ ਦੀ ਯਾਦ ਆਉਂਦੀ ਹੈ ਤੇ ਉਸਾਂ ਦੁੱਖਾਂ ਤੋਂ ਬਚਣ ਵਾਸਤੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਾਂ। ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੇ। ਜਦੋਂ ਪ੍ਰਭੂ ਸਾਨੂੰ ਕੋਈ ਸਰੀਰਕ ਮਾਨਸ ਦੁੱਖ ਲੱਗਦਾ ਹੈ ਤਾਂ ਉਦੋਂ ਆਪ ਜੀ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਾਂ, ਯਾਦ ਕਰਦੇ ਹਾਂ, ਆਪ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ। ਤੂੰ ਭਰਪੂਰ ਜਾਣਿਆ ਮੈਂ ਦੂਰ। ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ, ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੇ। ਜਦੋਂ ਸਾਨੂੰ ਕੋਈ ਸਰੀਰਕ ਮਾਨਸ ਦੁੱਖ ਲੱਗਦਾ ਹੈ ਤੇ ਪਰ ਉਦੋਂ ਆਪ ਜੀ ਦੀ ਯਾਦ ਆਉਂਦੀ ਹੈ। ਦੁੱਖਾਂ ਦੀ ਨਿਵਰਤੀ ਵਾਸਤੇ ਅਸੀਂ ਆਪ ਜੀ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਦੇ ਹਾਂ। ਰਹਾਓ, ਤੂੰ ਭਰਪੂਰ ਜਾਣਿਆ ਮੈਂ ਦੂਰ। ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ, ਪ੍ਰਭੂ ਆਪ ਭਰਪੂਰ ਹੋ ਕੇ, ਸਰਵਵਿਆਪੀ ਹੋ ਕੇ ਸਾਰੇ ਥਾਵਾਂ 'ਤੇ ਸਮਾਏ ਹੋਏ ਦਿਸ ਰਹੇ ਹੋ। ਤੂੰ ਭਰਪੂਰ ਜਾਣਿਆ ਮੈਂ ਦੂਰ। ਆਪ ਤਾਂ ਸਰਵਵਿਆਪੀ ਹੋ ਕੇ, ਭਰਪੂਰ ਹੋ ਕੇ ਸਾਰੇ ਥਾਵਾਂ 'ਤੇ ਸਮਾਏ ਹੋਏ ਹੋ, ਪਰ ਅਸੀਂ ਜੀਵਾਂ ਨੇ ਆਪ ਜੀ ਨੂੰ ਕਿਤੇ ਦੂਰ ਵਸਦਾ ਸਮਝਿਆ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਤਰਾ ਦੂਰ। ਕੋਈ ਜੀਵ ਆਪ ਨੂੰ ਇਸ ਕਰਕੇ ਗਾਉਂਦੇ ਹਨ ਕਿ ਆਪ ਕਿਤੇ ਦੂਰ ਵਸਦੇ ਹੋ, ਕੋਈ ਇਸ ਕਰਕੇ ਗਾ ਰਿਹਾ ਹੈ ਕਿ ਆਪ ਹਾਜ਼ਰਾ ਹਜ਼ੂਰ ਨੇੜੇ ਹੋ ਕੇ ਵਸ ਰਹੇ ਹੋ।
ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਪ੍ਰਭੂ, ਕਈਆਂ ਨੂੰ ਤਾਂ ਆਪ ਭਰਪੂਰ ਹੋ ਕੇ ਨੇੜੇ ਹੋ ਕੇ ਦਿਸਦੇ ਹੋ, ਪਰ ਕਈਆਂ ਨੇ ਆਪ ਜੀ ਨੂੰ ਕਿਤੇ ਦੂਰ ਵਸਦਾ ਸਮਝਿਆ ਹੋਇਆ ਹੈ। ਤੂੰ ਭਰਪੂਰ ਜਾਣਾ ਮੈਂ ਦੂਰ, ਜੋ ਕੁਛ ਕਰੀ ਸੋ ਤੇਰੇ ਹਜ਼ੂਰ। ਜੋ ਵੀ ਅਸੀਂ ਮੰਦੇ ਜਾਂ ਚੰਗੇ ਕਰਮ ਕਰਦੇ ਹਾਂ ਪ੍ਰਭੂ, ਆਪ ਜੀ ਦੇ ਹਜ਼ੂਰੀ ਵਿੱਚ ਆਪ ਨੂੰ ਨੇੜੇ ਸਮਝ ਕੇ ਕਰਦੇ ਹਾਂ। ਜੋ ਕੁਛ ਕਰੀ ਸੋ ਤੇਰੇ ਹਜ਼ੂਰ। ਇਸ ਕਰਕੇ ਪ੍ਰਭੂ, ਜੋ ਵੀ ਜੀਵ ਸੰਸਾਰ ਉੱਤੇ ਚੰਗੇ ਜਾਂ ਮੰਦੇ ਕਰਮ ਕਰਦੇ ਹਨ, ਉਹ ਆਪ ਦੀਆਂ ਨਜ਼ਰਾਂ ਵਿੱਚ ਹਨ। ਇਸ ਕਰਕੇ ਆਪ ਸਾਰੇ ਜੀਵਾਂ ਨੂੰ ਚੰਗੇ ਮੰਦੇ ਕਰਮ ਕਰਦੇ ਹੋ ਦੇਖ ਰਹੇ ਹੋ, ਪਰ ਜੀਵਾਂ ਨੇ ਆਪ ਨੂੰ ਦੂਰ ਸਮਝਿਆ ਹੈ। ਤੂੰ ਦੇਖੇ ਹਉ ਮੁੱਕਰ ਪਾਉ। ਆਪ ਜੀਵਾਂ ਨੂੰ ਮੰਦੇ ਕਰਮ ਕਰਦੇ ਦੇਖਦੇ ਹੋ, ਪਰ ਅਸੀਂ ਜੀਵ ਆਪ ਤੋਂ ਮੁਨਕਰ ਹੋ ਜਾਂਦੇ ਹਾਂ ਕਿ ਆਪ ਨੇ ਸਾਨੂੰ ਨਹੀਂ ਦੇਖਿਆ ਜਾਂ ਇਹ ਮਾੜਾ ਕਰਮ ਅਸੀਂ ਨਹੀਂ ਕੀਤਾ, ਜਦੋਂ ਕਿ ਆਪ ਭਰਪੂਰ ਹੋ ਕੇ ਸਾਰੇ ਜੀਵਾਂ ਸਮਾਏ ਹੋਏ ਸਾਰੇ ਜੀਵਾਂ ਦੇ ਮੰਦੇ ਚੰਗੇ ਕਰਮ ਦੇਖ ਰਹੇ ਹੋ। ਜੋ ਕੁਛ ਕਰੀ ਸੋ ਤੇਰੇ ਹਜ਼ੂਰ। ਜੋ ਕੁਝ ਕਰਨਾ ਹੈ ਪ੍ਰਭੂ, ਅਸੀਂ ਆਪ ਦੀ ਹਜ਼ੂਰੀ ਵਿੱਚ ਕਰਦੇ ਹਾਂ। ਤੂੰ ਦੇਖੇ ਹਾਂ ਮੁੱਕਰ ਪਾਉ। ਤੁਸੀਂ ਚੰਗੇ ਮੰਦੇ ਕਰਮ ਕਰਦੇ ਦੇਖਦੇ ਹੋ, ਪਰ ਅਸੀਂ ਜੀਵ ਮੁੱਕਰ ਜਾਂਦੇ ਹਾਂ ਕਿ ਇਹ ਮਾੜਾ ਕਰਮ ਜਿਹੜਾ ਹੈ ਮੈਂ ਨਹੀਂ ਕੀਤਾ। ਪਰ ਆਪ ਜੀਵਾਂ ਦੇ ਨੇੜੇ ਵਸਦੇ ਹੋਏ, ਜੀਵਾਂ ਦੇ ਅੰਤਰ ਆਤਮਾ ਹਿਰਦੇ ਵਿੱਚ ਵਸ ਕੇ ਸਾਰੇ ਜੀਵਾਂ ਨੂੰ ਦੇਖ ਰਹੇ ਹੋ, ਸੁਣ ਰਹੇ ਹੋ। ਸਦ ਸੁਣਦਾ, ਸ਼ਬਦ ਵੇਖਦਾ, ਸ਼ਬਦ ਰਿਹਾ ਭਰਪੂਰ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਤੇਰੇ ਕੰਮ ਨਾ ਤੇਰੇ ਨਾਏ। ਪ੍ਰਭੂ, ਅਸੀਂ ਸੰਸਾਰੀ ਜੀਵ ਨਾ ਤੇਰੇ ਕਿਸੇ ਕੰਮ ਆਉਣ ਜੋਗੇ ਹਾਂ, ਨਾ ਆਪ ਜੀ ਦਾ ਨਾਮ ਜਪਣ ਵਾਲੇ ਹਾਂ, ਨਾ ਆਪ ਜੀ ਨੂੰ ਯਾਦ ਕਰਨ ਵਾਲੇ ਹਾਂ, ਆਪ ਦੇ ਕਿਸੇ ਕਾਰਜ ਆਉਣ ਵਾਲੇ ਨਹੀਂ ਹਾਂ, ਤੇ ਨਾ ਹੀ ਆਪ ਜੀ ਦਾ ਨਾਮ ਜਪਣ ਵਾਲੇ ਹਾਂ। ਤੇਰੇ ਕੰਮ ਨਾ ਤੇਰੇ ਨਾਏ, ਜੇਤਾ ਦੇ ਤੇਤਾ ਹੋ ਖਾਓ। ਪਰ ਜਦੋਂ ਤੁਸੀਂ ਸਾਨੂੰ ਰਿਜ਼ਕ ਦਿੰਦੇ ਹੋ ਪ੍ਰਭੂ, ਰੋਜੀ ਦਿੰਦੇ ਹੋ, ਉਦੋਂ ਹੀ ਅਸੀਂ ਆਪ ਦਾ ਦਿੱਤਾ ਹੋਇਆ ਜਲ ਪਾਣੀ ਛਕਦੇ ਹਾਂ। ਜੈ ਦੇਖਾਂ ਤੇਤਾ ਹੋ ਖਾਓ। ਜਦੋਂ ਤੁਸੀਂ ਜੇਤਾ ਦੇ ਤੇਤਾ ਹੋ ਖਾਓ, ਜਦੋਂ ਤੁਸੀਂ ਸਾਨੂੰ ਛਕਣ ਵਾਸਤੇ ਪ੍ਰਸ਼ਾਦਾ ਦਿੰਦੇ ਹੋ, ਉਦੋਂ ਹੀ ਪ੍ਰਭੂ ਅਸੀਂ ਆਪ ਦਾ ਦਿੱਤਾ ਹੋਇਆ ਜਲ ਪਾਣੀ ਪ੍ਰਸ਼ਾਦਾ ਛਕਦੇ ਹਾਂ। ਵਿਆਹ ਦਰ ਨਾ ਹੀ ਕਹਿ ਦਰ ਜਾਓ ਕਿ ਪ੍ਰਭੂ, ਆਪ ਤੋਂ ਬਿਨਾਂ ਹੋਰ ਕੋਈ ਦਰ ਦਿਸਦਾ ਨਹੀਂ। ਜਿੱਥੇ ਜਾ ਕੇ ਫਰਿਆਦ ਕਰੀਏ, ਜਿੱਥੇ ਜਾ ਕੇ ਆਪਣਾ ਦੁੱਖ ਦੱਸੀਏ, ਅਰਦਾਸ ਬੇਨਤੀ ਕਰੀਏ, ਆਪ ਤੋਂ ਬਿਨਾਂ ਆਪ ਵਰਗਾ ਦਰ ਕੋਈ ਹੋਰ ਕਿਤੇ ਦਿਸਦਾ ਨਹੀਂ ਹੈ। ਜੇਤਾ ਦੇ ਤੇਤਾ ਹੋ ਖਾਓ, ਵਿਆਹ ਦਰ ਨਾ ਹੀ ਕਹਿ ਦਰ ਜਾਓ। ਆਪ ਦਾ ਦਰ ਛੱਡ ਕੇ ਪ੍ਰਭੂ ਕਿਸ ਦਰ ਉੱਤੇ ਜਾਓ। ਨਾਨਕ ਏਕ ਕਹੇ ਅਰਦਾਸ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਪ੍ਰਭੂ ਆਪ ਦੇ ਦਾਸ ਦੇ ਨਾਨਕ ਦੀ ਆਪ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ। ਜਿਉ ਪਿੰਡ ਸਭ ਤੇਰੇ ਪਾਸ। ਜਿਨੇ ਵੀ ਸਰੀਰ ਪੈਦਾ ਕੀਤੇ ਹਨ, ਆਪ ਜੀ ਦੇ ਪੈਦਾ ਕੀਤੇ ਹੋਏ ਹਨ, ਤੇ ਸਾਰੇ ਸਰੀਰਾਂ ਦੇ ਵਿੱਚ ਆਪ ਵਸ ਰਹੇ ਹੋ। ਇਸ ਕਰਕੇ ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ, ਜਿਉ ਪਿੰਡ ਸਭ ਤੇਰੇ ਪਾਸ। ਜਿਤਨੇ ਪਿੰਡ ਸਰੀਰ ਨੂੰ ਕਹਿੰਦੇ ਹਨ, ਜਿਤਨੇ ਆਪ ਜੀ ਨੇ ਸਰੀਰ ਪੈਦਾ ਕੀਤੇ ਹਨ, ਸਾਰੇ ਸਰੀਰਾਂ ਦੇ ਵਿੱਚ ਆਪ ਵਸ ਰਹੇ ਹੋ। ਆਪ ਜੀਵਾਂ ਦੀ ਸੰਭਾਲ ਕਰ ਰਹੇ ਹੋ। ਆਪ ਸ੍ਰਿਸ਼ਟੀ ਦੇ ਜੀਵਾਂ ਨੂੰ ਰੋਜੀ ਦੇ ਰਹੇ ਹੋ, ਸੰਭਾਲ ਕਰ ਰਹੇ ਹੋ। ਜਿਉ ਪਿੰਡ ਸਭ ਤੇਰੇ ਪਾਸ, ਆਪੇ ਨੇੜੇ ਦੂਰ ਆਪੇ ਹੀ। ਗੁਰੂ ਸਾਹਿਬ ਜੀ ਬੇਨਤੀ ਕਰਦੇ ਹਨ ਕਿ ਆਪ ਹੀ ਜੀਵਾਂ ਦੇ ਨੇੜੇ ਹੋ ਕੇ ਵਸ ਰਹੇ ਹੋ, ਆਪ ਹੀ ਦੂਰ ਹੋ ਕੇ ਵਸ ਰਹੇ ਹੋ। ਗੁਰੂ ਸਾਹਿਬ ਜੀ ਕਹਿੰਦੇ ਹਨ, ਗਾਵੇ ਕੋ ਜਾਪੇ ਦਸੇ ਦੂਰ, ਗਾਵੇ ਕੋ ਵੇਖੇ ਹਾਦਰਾ ਦੂਰ। ਕੋਈ ਆਪ ਨੂੰ ਨੇੜੇ ਹੋ ਕੇ ਵਸਦਾ ਸਮਝ ਕੇ ਗਾ ਰਿਹਾ ਹੈ, ਕੋਈ ਦੂਰ ਵਸਦਾ ਸਮਝ ਕੇ ਗਾ ਰਿਹਾ ਹੈ। ਸਾਰਿਆਂ ਦੇ ਪ੍ਰਭੂ ਆਪ ਨੇੜੇ ਹੋ ਕੇ, ਸਰਵਵਿਆਪੀ ਹੋ ਕੇ, ਸਾਰੇ ਸਰੀਰਾਂ ਵਿੱਚ ਸਮਾਏ ਹੋਏ ਜੀਵਾਂ ਦੀ ਸੰਭਾਲ ਕਰ ਰਹੇ ਹੋ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਆਪੇ ਹੀ ਜੀਵਾਂ ਦੇ ਸਰੀਰਾਂ ਦੇ ਵਿਚਕਾਰ ਵਸ ਕੇ ਆਪੇ ਜੀਵਾਂ ਦੀ ਸਾਰ ਲੈ ਰਹੇ ਹੋ।
ਆਪ ਜੀਵਾਂ ਦੇ ਨੇੜੇ ਹੋ ਕੇ ਵਸ ਰਹੇ ਹੋ ਤੇ ਆਪ ਹੀ ਜੀਵਾਂ ਤੋਂ ਦੂਰ ਹੋ ਕੇ ਵਸ ਰਹੇ ਹੋ। ਆਪ ਸਰੀਰਾਂ ਦੇ ਵਿੱਚ ਵਸ ਕੇ ਜੀਵਾਂ ਦੀ ਸਾਰ ਲੈ ਰਹੇ ਹੋ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੂੰ, ਆਪੇ ਵੇਖੇ ਸੁਣੇ ਆਪੇ ਹੀ। ਆਪ ਸੋ ਰਚੀ ਹੋਈ ਸ੍ਰਿਸ਼ਟੀ ਦੇ ਜੀਵਾਂ ਨੂੰ ਪ੍ਰਭੂ ਆਪ ਦੇਖ ਰਹੇ ਹੋ। ਆਪ ਸਾਰੇ ਜੀਵਾਂ ਦੀਆਂ ਅਰਦਾਸਾਂ, ਬੇਨਤੀਆਂ, ਫਰਿਆਦਾਂ ਸੁਣ ਰਹੇ ਹੋ। ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ। ਆਪਣੀ ਕੁਦਰਤ ਰਚ ਕੇ ਪ੍ਰਭੂ ਰਚੀ ਹੋਈ ਸ੍ਰਿਸ਼ਟੀ ਦੇ ਜੀਵਾਂ ਨੂੰ ਆਪ ਦੇਖ ਰਹੇ ਹੋ, ਆਪ ਸੰਭਾਲ ਕਰ ਰਹੇ ਹੋ। ਆਪੇ ਸਾਰਿਆਂ ਵਿੱਚ ਸਮਾਏ ਹੋਏ, ਸਰਵਿਆਪੀ ਹੋਏ ਦਿਸ ਰਹੇ ਹੋ। ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ। ਸਾਰੇ ਜਹਾਨ ਵਿੱਚ, ਸਾਰੀ ਦੁਨੀਆ 'ਚ, ਸਾਰੀ ਲੁਕਾਈ ਵਿੱਚ ਪ੍ਰਭੂ ਆਪਣੀ ਕੁਦਰਤ ਵਸਾ ਕੇ ਜੀਵਾਂ ਦੇ ਵਿੱਚ ਵਸ ਰਹੇ ਪ੍ਰਭੂ ਆਪ ਹੀ ਜੀਵਾਂ ਦੀ ਸੰਭਾਲ ਕਰ ਰਹੇ ਹੋ। ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੇਨਤੀ ਕਰਦੇ ਹਨ ਪ੍ਰਭੂ, ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਹ ਨਾਨਕ ਨੂੰ ਚੰਗਾ ਲੱਗਦਾ ਹੈ। ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਜੋ ਆਪ ਜੀ ਨੂੰ ਗੱਲ ਚੰਗੀ ਲੱਗਦੀ ਹੈ ਉਹ ਹੀ ਆਪ ਦੇ ਦਾਸ ਨਾਨਕ ਨੂੰ ਚੰਗੀ ਲੱਗਦੀ ਹੈ। ਜੋ ਸੁਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ। ਹੈ ਪ੍ਰਭੂ, ਜੋ ਆਪ ਨੂੰ ਚੰਗਾ ਲੱਗਦਾ ਹੈ ਨਾਨਕ ਦਾਸ ਨੂੰ ਹੀ, ਉਹ ਆਪ ਜੀ ਦਾ ਹੁਕਮ ਪ੍ਰਵਾਨ ਹੈ। ਆਪ ਜੀ ਦਾ ਹਰ ਹੁਕਮ ਆਪ ਜੀ ਦਾ ਦਾਸ ਨਾਨਕ ਸਿਰ ਮੱਥੇ ਤੇ ਪ੍ਰਵਾਨ ਕਰਦਾ ਹੈ। ਆਪ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਹਰ ਬਚਨ, ਹਰ ਹੁਕਮ ਜਿਹੜਾ ਹੈ ਆਪ ਦੇ ਦਾਸ ਨਾਨਕ ਨੂੰ ਸਿਰ ਮੱਥੇ ਤੇ ਪ੍ਰਵਾਨ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਘਰ ਵਿੱਚ ਵਸਾ ਕੇ ਸੇਵਾ ਸੁਣ ਕਰਦੇ ਹੋਏ ਆਪਣਾ ਮਨੁੱਖਾ ਜਨ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਰਹਾ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾ ਦੇ ਪਾਵਨ ਪਵਿੱਤਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਈਏ। ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।